ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਆ ਤੁਹਾਡਾ ਆਪਣੇ YouTube ਚੈਨਲ GK ਅਕੈਡਮੀ ਪੰਜਾਬ ਦੇ ਵਿੱਚ। ਦੋਸਤੋ ਅੱਜ ਆਪਾਂ ਤੁਹਾਡੇ ਲਈ ਜੋ ਕਿ PSSB ਦੀ ਜੋ ਟਾਈਪਿੰਗ ਟੈਸਟ 2021 ਦੇ ਵਿੱਚ ਹੋਣਾ ਵਾ, ਉਹਦੇ ਲਈ ਆਪਾਂ ਇੱਕ ਫਾਈਨਲ ਜੋ ਪ੍ਰੈਕਟਿਸ ਲਈ ਤੁਹਾਡੀ ਸਿਰਫ ਵੈਸੇ ਤੁਹਾਡੀ ਪ੍ਰੈਕਟਿਸ ਬਹੁਤ ਵਧੀਆ ਸਭ ਦੀ ਚੱਲ ਰਹੀ ਹੋਏਗੀ। ਉਮੀਦ ਕਰਦਾ ਮੈਂ ਕਿ ਜੋ ਵੀ ਕੈਂਡੀਡੇਟ ਇਸ ਟਾਈਮ ਪੂਰੀ ਮਿਹਨਤ ਤੇ ਲਗਨ ਦੇ ਨਾਲ ਟਾਈਪਿੰਗ ਦੀ ਤਿਆਰੀ ਕਰ ਰਹੇ ਨੇ ਤਾਂ ਉਹ ਉੱਥੇ ਜਾ ਕੇ ਵੀ ਆਲਮੋਸਟ ਆਪਦਾ ਟਾਈਪਿੰਗ ਟੈਸਟ ਕਲੀਅਰ ਕਰਨਗੇ ਹੀ ਕਰਨਗੇ। ਸੋ ਆਪਣੇ ਦਿਮਾਗ ਦੇ ਵਿੱਚ ਤੁਸੀਂ ਇਸ ਟਾਈਮ ਦੇ ਉੱਤੇ ਇਹ ਚੀਜ਼ ਨਹੀਂ ਬਿਠਾਉਣੀ ਕਿ ਮੇਰਾ ਉੱਥੇ ਜਾ ਕੇ ਟਾਈਪਿੰਗ ਟੈਸਟ ਨਹੀਂ ਕਲੀਅਰ ਹੋਏਗਾ ਜਾਂ ਘਬਰਾਹਟ ਹੋਏਗੀ ਜਾਂ ਕੁਝ ਵੀ ਹੋਏਗਾ। ਉੱਥੇ ਜਦੋਂ ਤੁਸੀਂ ਜਾਓਗੇ ਤਾਂ ਇੱਕ ਵਾਰ ਤੁਸੀਂ ਜਾ ਕੇ ਬਸ ਆਪਣੇ ਆਪ ਨੂੰ ਇਹ ਇੱਕ ਤਰ੍ਹਾਂ ਨਾਲ ਰਿਲੈਕਸ ਫੀਲ ਕਰਵਾਉਣਾ ਮੈਂ ਕਿ ਇੱਕਦਮ ਤੁਸੀਂ ਨਾਰਮਲੀ ਬੈਠੇ ਹੋ। ਤੇ ਇੱਕ ਜੋ ਮੈਂ ਤੁਹਾਨੂੰ ਬਾਰ-ਬਾਰ ਕਹਿਣਾ ਕਿ ਘਰੇ ਤੁਸੀਂ ਟਾਈਪਿੰਗ ਸਾਊਂਡ ਲਾ ਕੇ ਤਿਆਰੀ ਕਰੋ, ਜਿਹਦੇ ਨਾਲ ਕਿ ਉੱਥੇ ਜੇਕਰ ਟਾਈਪਿੰਗ ਸਾਊਂਡ ਥੋੜੀ ਜ਼ਿਆਦਾ ਹੋਈ ਤਾਂ ਤੁਹਾਨੂੰ ਉੱਥੇ ਜਾ ਕੇ ਕੋਈ ਪਰੇਸ਼ਾਨੀ ਨਹੀਂ ਹੋਏਗੀ। ਠੀਕ ਹੈ ਜੀ। ਸੋ ਬਾਕੀ ਜਿੰਨਾ ਵੀ ਕੈਂਡੀਡੇਟ ਦੀ ਇਸ ਟਾਈਮ ਚਾਹੇ ਸਪੀਡ 30 ਆ ਰਹੀ ਆ, ਚਾਹੇ 35 ਆ ਰਹੀ ਆ, ਚਾਹੇ 40 ਪਲੱਸ ਸਪੀਡ ਆ ਰਹੀ ਆ, ਸੋ ਤੁਹਾਨੂੰ ਕੋਈ ਵੀ ਇਸ ਟਾਈਮ ਦੇ ਉੱਤੇ ਘਬਰਾਉਣ ਦੀ ਜ਼ਰੂਰਤ ਨਹੀਂ, ਕਿਉਂਕਿ ਉੱਥੇ ਉਸ ਟਾਈਮ ਦੇ ਉੱਤੇ ਜਿਹੜੀ ਸਪੀਡ ਆਏਗੀ ਪੈਰੇ ਦੇ ਅਕੋਰਡਿੰਗ ਹੀ ਆਏਗੀ। ਜੇਕਰ ਤੁਹਾਡਾ ਪੈਰਾ ਹੀ 32 ਵਰਡ ਦੇ ਹਿਸਾਬ ਨਾਲ ਹੋਇਆ ਤਾਂ ਚਾਹੇ ਤੁਸੀਂ 7 ਮਿੰਟ ਦੇ ਵਿੱਚ ਪੈਰਾ ਟਾਈਪ ਕਰ ਲਿਆ ਫਿਰ ਵੀ ਸਪੀਡ 32 ਹੀ ਆਵੇਗੀ। ਸੋ ਤੁਸੀਂ ਇਹੀ ਧਿਆਨ ਰੱਖਣਾ ਕਿ ਆਪਦੀ ਜੋ ਸਪੀਡ ਦੇ ਨਾਲ ਤੁਸੀਂ ਐਕੂਰੇਸੀ ਬਣਾ ਕੇ ਰੱਖਣੀ ਆ, ਕਿਉਂਕਿ ਨਾਲ ਦੀ ਨਾਲ ਜੇਕਰ ਤੁਹਾਨੂੰ ਕੋਈ ਮਤਲਬ ਕਿ ਆਪਾਂ ਨੂੰ ਜੋ ਵੀ ਤੁਸੀਂ ਟਾਈਪਿੰਗ ਕਰ ਰਹੇ ਹੋ ਤਾਂ ਜਿਸ ਟਾਈਮ ਦੇ ਉੱਤੇ ਤੁਸੀਂ ਟਾਈਪਿੰਗ ਕਰ ਰਹੇ ਹੋ ਤਾਂ ਤੁਹਾਡੀਆਂ ਉਂਗਲੀਆਂ ਤੁਹਾਡਾ ਦਿਮਾਗ ਦੱਸਣਾ ਚਾਹੀਦਾ ਕਿ ਇੱਥੇ ਗਲਤੀ ਹੋਈ ਆ, ਤਾਂ ਥੋੜੀ ਬਹੁਤ ਬੈਕ ਸਪੇਸ ਤੁਸੀਂ ਯੂਜ਼ ਕਰ ਸਕਦੇ ਹੋ ਜੇਕਰ ਤੁਹਾਡੀ ਸਪੀਡ ਵਧੀਆ 35 ਪਲੱਸ 40 ਪਲੱਸ ਬਣੀ ਹੋਈ ਆ। ਜੇਕਰ ਤੁਹਾਡੀ ਸਪੀਡ ਘੱਟ ਵਾ 35 ਤੋਂ ਘੱਟ ਆ 30 32 ਆ ਰਹੀ ਆ ਤਾਂ ਤੁਸੀਂ ਕੋਸ਼ਿਸ਼ ਕਰਨੀ ਆ ਕਿ ਉੱਥੇ ਜ਼ਿਆਦਾ ਬੈਕ ਸਪੇਸ ਯੂਜ਼ ਨਹੀਂ ਕਰਨੀ, ਕਿਉਂਕਿ ਜੇ ਤੁਸੀਂ ਥੋੜੀ ਬਹੁਤ ਉੱਥੇ ਜ਼ਿਆਦਾ ਬੈਕ ਸਪੇਸ ਹੋਗੀ ਤਾਂ ਤੁਹਾਡੀ ਐਕੂਰੇਸੀ ਤਾਂ ਸਹੀ ਹੋ ਜਾਏਗੀ ਬਟ ਸਪੀਡ ਤੁਹਾਡੀ 30 ਤੋਂ ਥੱਲੇ ਚਲੇ ਜਾਏਗੀ। ਠੀਕ ਆ। ਸੋ ਇਹ ਚੀਜ਼ਾਂ ਦਾ ਤੁਸੀਂ ਵਿਸ਼ੇਸ਼ ਧਿਆਨ ਰੱਖਣਾ। ਇਹਦੇ ਤੇ ਮੈਂ ਇੱਕ ਵੀਡੀਓ ਵੀ ਬਣਾਈ ਹੋਈ ਹੈ। ਸੋ ਹੁਣ ਇਹ ਵਾਲੀ ਜਿਹੜੀ ਪ੍ਰੈਕਟਿਸ ਸੈੱਟ ਜਿਹੜਾ ਮੈਂ ਲੈ ਕੇ ਆਇਆ ਤੁਹਾਡੇ ਲਈ, ਠੀਕ ਆ ਜੀ। ਹੁਣ ਇਹਦੇ ਵਿੱਚ ਤੁਸੀਂ ਕੀ ਕਰਨਾ ਨਾ, 22 ਤਰੀਕ ਤੋਂ ਜਿਹੜਾ ਇਹ ਟੈਸਟ ਸ਼ੁਰੂ ਹੋ ਰਿਹਾ, ਤੁਸੀਂ ਕੀ ਕਰਨਾ ਨਾ, ਆਨਲਾਈਨ ਤਾਂ ਤੁਸੀਂ ਆਪਦੀ ਤਿਆਰੀ ਕਰਦੇ ਹੀ ਪਏ ਹੋਵੋਗੇ ਸਾਰੇ ਬਹੁਤ ਚੰਗੀ ਤਰ੍ਹਾਂ। ਤੁਸੀਂ ਨਾ ਆਫਲਾਈਨ ਕੀ ਕਰਨਾ ਵਾ, 15 ਤੋਂ 20 ਮਿੰਟ MS ਵਰਡ ਦੇ ਉੱਤੇ ਜਾਂ ਨੋਟਪੈਡ ਦੇ ਉੱਤੇ ਆਹ ਵਰਡ ਦੀ ਫਾਈਲ ਮੈਂ ਤੁਹਾਨੂੰ ਟੈਲੀਗ੍ਰਾਮ ਚੈਨਲ ਦੇ ਉੱਤੇ ਸੈਂਡ ਕਰ ਦਾਂਗਾ। ਇੱਕ ਫਾਈਲ ਮੇਰੀ ਪਹਿਲਾਂ ਵੀ ਸੈਂਡ ਕੀਤੀ ਹੋਈ ਆ, ਉਹਦੇ ਵਿੱਚ ਸਿਰਫ ਬੇਸਿਕ ਅੱਖਰ ਦਿੱਤੇ ਹੋਏ ਸੀਗੇ ਮੇਰੇ, ਜਿਹੜੇ ਕਿ ਉਹਦੇ ਥੱਲੇ ਥੱਲੇ ਤੁਸੀਂ ਟਾਈਪ ਕਰ ਸਕਦੇ ਜੀ। ਸੋ ਹੁਣ ਤੁਸੀਂ ਕੀ ਧਿਆਨ ਰੱਖਣਾ ਵਾ ਕਿ ਇਹਦੇ ਵਿੱਚ ਜੇਕਰ ਕੋਈ ਵੀ ਚੰਕ ਸਾਰੇ ਸਿੰਬਲ ਨੇ ਤੇ ਗੁਰਮੁਖੀ ਅੱਖਰ ਨੇ, ਦੇਖੋ ਆ ਇਸ ਤਰ੍ਹਾਂ ਮੈਂ ਤੁਹਾਡੇ ਲਈ 3 ਐਕਸਰਸਾਈਜ਼ਾਂ ਬਣਾ ਕੇ ਲੈ ਕੇ ਆਇਆ ਜਿਹਦੇ ਵਿੱਚ ਕਿ ਰਾਵੀ ਫੌਂਟ ਦੇ ਅੱਖਰ ਵੀ ਹੈਗੇ ਨੇ, ਸਿੰਬਲਸ ਹੈਗੇ ਆ ਤੇ ਗੁਰਮੁਖੀ ਨੁਮੈਰਿਕ ਵੀ ਹੈਗੇ ਨੇ। ਹੁਣ ਦੇਖੋ ਜੀ, ਆਹ ਸਾਰੇ ਤੁਸੀਂ ਐਕਸਰਸਾਈਜ਼ਾਂ ਲਾਉਣੀਆਂ ਨੇ। ਇਹਦੇ ਥੱਲੇ ਤੁਸੀਂ ਕੀ ਕਰਨਾ, ਕੋਈ ਖਾਸ ਉਹ ਨਹੀਂ, ਫਰਕ ਨਹੀਂ ਪਏਗਾ। ਹੁਣ ਦਿਨ ਵੀ 3-4 ਤੇ ਹੀ ਰਹਿ ਗਏ ਨੇ। ਤੁਸੀਂ ਕੀ ਕਰਨਾ, ਸਿਰਫ 15 ਤੋਂ 20 ਮਿੰਟ ਤੁਸੀਂ ਤਿਆਰੀ ਕਰਨੀ ਆ, ਜਿਹਦੇ ਨਾਲ ਕਿ ਤੁਹਾਡਾ ਇਹਦੇ ਨਾਲ ਬਸ ਇਹੀ ਕੌਨਫੀਡੈਂਸ ਬਿਲਡਅਪ ਹੋਏਗਾ ਕਿ ਉਸ ਟਾਈਮ ਤੇ ਤਾਂ ਤੁਹਾਨੂੰ ਕੋਈ ਵੀ ਅੱਖਰ ਡੇਲੀ ਜਦੋਂ ਤੁਸੀਂ ਰਿਵਾਈਜ਼ ਕਰੋਗੇ, ਡੇਲੀ ਤੁਸੀਂ ਟਾਈਪ ਕਰੋਗੇ ਉਹੀ ਸੇਮ ਟੂ ਸੇਮ ਸਾਰੇ ਅੱਖਰ, ਤਾਂ ਉੱਥੇ ਜਿਹੜਾ ਮਰਜ਼ੀ ਅੱਖਰ ਜਾਂ ਅਗਰ ਮੰਨ ਲਓ ਕਿ ਸਿੰਬਲ ਜ਼ਿਆਦਾ ਵੀ ਆ ਜਾਂਦੇ ਨੇ, ਵੈਸੇ ਆਪਾਂ ਉਮੀਦ ਕਰਦੇ ਹਾਂ ਕਿ ਨਾਰਮਲ ਘੱਟ ਹੀ ਸਿੰਬਲ ਆਉਣਗੇ, ਪਰ ਜੇਕਰ ਜ਼ਿਆਦਾ ਵੀ ਆਏ ਤਾਂ ਤੁਹਾਨੂੰ ਕੋਈ ਵੀ ਦਿੱਕਤ ਪਰੇਸ਼ਾਨੀ ਨਹੀਂ ਹੋਏਗੀ। ਸੋ ਇਹਨਾਂ ਦੇ ਥੱਲੇ ਥੱਲੇ ਤੁਸੀਂ ਟਾਈਪ ਕਰੀ ਜਾਣਾ, ਮੈਂ ਟਾਈਪ ਕਰੀ ਜਾਣਾ। 15 ਤੋਂ 20 ਮਿੰਟ ਟਾਈਪ ਕਰਨਾ, ਕੋਈ ਬੜਾ ਟਾਈਮ ਨਹੀਂ ਟਾਈਪ ਕਰਨਾ। 15-20 ਮਿੰਟ ਸਵੇਰੇ ਲਾ ਲਓ, 15-20 ਮਿੰਟ ਸ਼ਾਮ ਨੂੰ ਲਗਾ ਲਓ, ਬਸ। ਠੀਕ ਹੈ ਜੀ। ਸੋ ਇਹਦੇ ਨਾਲ ਬਸ ਇਹੀ ਹੋਏਗਾ। ਤੇ ਪਹਿਲਾਂ ਤੁਸੀਂ ਇਹ ਐਕਸਰਸਾਈਜ਼ ਲਾਉਣੀ ਆ ਜਿਹਦੇ ਵਿੱਚ ਕਿ ਆਪਾਂ ਊੜੇ ਤੋਂ ਲੈ ਕੇ ਡਾੜੇ ਤੱਕ ਦੇ ਬਾਕੀ ਸਾਰੇ ਅੱਖਰ ਦਿੱਤੇ ਹੋਏ ਨੇ ਜਿਹੜੇ ਕਿ ਆਪਣੇ ਟਾਈਪਿੰਗ ਦੇ ਵਿੱਚ ਯੂਜ਼ ਹੁੰਦੇ ਨੇ, ਤੇ ਸਿੰਬਲ ਵੀ ਮੈਂ ਆਲਮੋਸਟ ਸਾਰੇ ਐਡ ਕਰਤੇ ਹੋਏ ਨੇ ਜਿਹੜੇ ਕਿ ਟਾਈਪਿੰਗ ਦੇ ਵਿੱਚ ਯੂਜ਼ ਹੁੰਦੇ ਨੇ। ਠੀਕ ਆ। ਇਹਦੇ ਵਿੱਚ ਵੀ ਤੁਸੀਂ ਦੇਖੋਗੇ ਕਿ ਇੱਥੇ ਤੱਕ ਹੀ ਸਿੰਬਲ ਜ਼ਿਆਦਾ ਯੂਜ਼ ਹੁੰਦੇ ਨੇ। ਜਿਹੜੇ ਆਹ ਵਾਲੇ ਸਿੰਬਲ ਨੇ ਜਿਹੜੇ ਮਤਲਬ ਕਿ ਕਰੰਸੀ ਦੇ ਸਾਈਨ ਹੁੰਦੇ ਨੇ ਜਾਂ ਆਪਣੇ ਕਾਪੀਰਾਈਟ ਦਾ ਸਾਈਨ ਹੋ ਗਿਆ ਜਾਂ ਆਹ ਹੋ ਗਏ, ਇਹ ਸਿੰਬਲ ਬਹੁਤ ਘੱਟ ਯੂਜ਼ ਹੁੰਦੇ ਨੇ। ਸੋ ਇੱਥੇ ਤੱਕ ਜ਼ਿਆਦਾ ਸਿੰਬਲ ਯੂਜ਼ ਹੋਣਗੇ। ਸੋ ਇਹ ਤਾਂ ਸਾਰੇ ਤੁਹਾਨੂੰ ਯਾਦ ਹੋਣੇ ਹੀ ਚਾਹੀਦੇ ਨੇ। ਤੇ ਇੱਕ ਇੱਥੋਂ ਤੋਂ ਲੈ ਕੇ ਇਹ ਸਾਰੇ ਤੁਹਾਨੂੰ ਇਹਦੇ ਨਾਲ ਇੱਕ ਤਰ੍ਹਾਂ ਨਾਲ ਇੱਦਾਂ ਹੋਏਗਾ ਕਿ ਜੇਕਰ ਤੁਸੀਂ ਘਰੇ ਵੀ ਟਾਈਪਿੰਗ ਇਸ ਟਾਈਮ ਦੇ ਉੱਤੇ ਕਰ ਰਹੇ ਆ ਤਾਂ ਤੁਹਾਨੂੰ ਬੈਨੀਫਿਟ ਉਹੀ ਹੋਏਗਾ ਕਿ ਕਈ ਵਾਰ ਤੁਸੀਂ ਚੰਕ ਟਾਈਪ ਕਰ ਰਹੇ ਹੋ, ਬਹੁਤ ਸੌਖੇ ਚੰਕ ਲਗਾਤਾਰ ਆ ਰਹੇ ਨੇ, ਲਾਸਟ 4-5-7 ਦਿਨ ਤੋਂ ਤੁਸੀਂ ਸੌਖੇ ਚੰਕ ਲਗਾ ਰਹੇ ਹੋ, ਤਾਂ ਉਹਦੇ ਵਿੱਚ ਜੇਕਰ ਕਈ ਵਾਰ ਹੁੰਦਾ ਕਿ ਇਹ ਵਾਲੇ ਅੱਖਰ ਤੁਹਾਡੇ ਅਭਿਆਸ ਕੀਤੇ ਦਾ ਥੋੜਾ ਜਿਹਾ ਟਾਈਮ ਲੱਗ ਜਾਵੇ, ਕਿ ਥੋੜਾ ਟਾਈਮ ਪਹਿਲਾਂ ਤੁਸੀਂ ਇਹ ਪ੍ਰੈਕਟਿਸ ਕੀਤੇ ਹੁਣ, ਤੇ ਇਹ ਇਸੇ ਲਈ ਆ ਕਿ ਇਸ ਟਾਈਮ ਦੇ ਉੱਤੇ ਤੁਹਾਡੇ ਚੀਜ਼ਾਂ ਦੁਬਾਰੇ ਫੇਰ ਰੀਕਾਲ ਹੋ ਜਾਣਗੀਆਂ। ਠੀਕ ਹੈ ਜੀ। ਸੋ ਇਹ ਚੀਜ਼ ਆ। ਸੋ 2 ਨੰਬਰ ਦੇ ਉੱਤੇ ਐਕਸਰਸਾਈਜ਼ ਦੇ ਵਿੱਚ ਸਿਰਫ ਆਹ ਵਾਲੇ ਅੱਖਰ ਨੇ, ਠੀਕ ਹੈ, ਜਿਹਦੇ ਵਿੱਚ ਕਿ ਉਲਟ ਫੁਲਟ ਕਰਕੇ ਆਪਾਂ ਅੱਖਰ ਪਾਏ ਹੋਏ ਨੇ, ਕਿਉਂਕਿ ਲਾਸਟ ਟਾਈਮ ਜਦੋਂ PSSB ਦਾ ਪੇਪਰ ਹੋਇਆ ਸੀ 2018 ਦਾ ਜੋ ਆਇਆ ਸੀ, ਚੰਕ ਸਿਸਟਮ ਦੇ ਵਿੱਚ ਹੀ ਉਹਨਾਂ ਨੇ ਇੱਕ ਚੰਕ ਇਸ ਤਰ੍ਹਾਂ ਦਾ ਪਾਤਾ ਸੀ। ਸੋ ਜਿਹਦੇ ਨਾਲ ਕਿ ਤੁਹਾਨੂੰ ਥੋੜਾ ਬਹੁਤ ਲੱਗੇਗਾ ਕਿ ਹਾਂ ਸਪੀਡ ਡਾਊਨ ਹੋ ਰਹੀ ਆ, ਪਰ ਜੇਕਰ ਤੁਸੀਂ ਆਹ ਘਰੇ ਹੀ 3-4 ਦਿਨ ਇਹਦੀ ਟਾਈਪਿੰਗ ਦੀ ਪ੍ਰੈਕਟਿਸ ਕਰ ਲਓਗੇ ਤਾਂ ਤੁਹਾਨੂੰ ਬਿਲਕੁਲ ਵੀ ਦਿੱਕਤ ਨਹੀਂ ਹੋਏਗੀ। ਹੁਣ ਆ 3 ਨੰਬਰ, ਇਹਦੇ ਵਿੱਚ ਥੋੜਾ ਜਿਹਾ ਇਹ ਤੁਹਾਨੂੰ ਲੱਗੇਗਾ ਪਹਿਲਾਂ ਜਦੋਂ ਤੁਸੀਂ ਪਹਿਲੀ ਵਾਰ ਲਾਓਗੇ ਕਿ ਥੋੜਾ ਜਿਹਾ ਔਖਾ ਵਾ, ਪਰ ਇਹਦੀ ਪ੍ਰੈਕਟਿਸ ਜ਼ਰੂਰ ਕਰ ਲਿਓ, ਕਿਉਂਕਿ ਜੇਕਰ ਥੋੜਾ ਜਿਹਾ ਔਖਾ ਚੰਕ ਆ ਗਿਆ ਤਾਂ ਉਹ ਇਸ ਤਰ੍ਹਾਂ ਦਾ ਹੀ ਚੰਕ ਆਏਗਾ ਕਿ ਉਹਨਾਂ ਨੇ ਲਗਾਤਾਰ ਇਸ ਤਰ੍ਹਾਂ ਵਿੱਚੇ ਹੀ ਨੁਮੈਰਿਕ ਦੇ ਦੇਣਗੇ, ਵਿੱਚੇ ਹੀ ਤੁਹਾਨੂੰ ਸਿੰਬਲ ਦੇ ਦੇਣਗੇ, ਵਿੱਚੇ ਹੀ ਤੁਹਾਨੂੰ ਅੱਖਰ ਦੇ ਦੇਣਗੇ, ਤੇ ਨਾਲ ਉਹ ਜੋੜ ਕੇ ਵੀ ਦੇ ਸਕਦੇ ਨੇ, ਜਿਵੇਂ ਜੋੜ ਕੇ ਲਗਾਤਾਰ 4 ਅੱਖਰ ਲਗਾਤਾਰ ਜੋੜ ਕੇ ਦੇ ਸਕਦੇ ਨੇ। ਤੁਸੀਂ ਇਹਨੂੰ ਅੱਗੇ ਵੀ ਆਪਦੀ ਐਕਸਰਸਾਈਜ਼ ਬਣਾ ਸਕਦੇ ਹੋ, ਜੇਕਰ ਕੋਈ ਸਿੰਬਲ ਜਾਂ ਕੋਈ ਵਰਡ ਮਿਸ ਹੋਇਆ ਤਾਂ ਤੁਸੀਂ ਇਹਦੇ ਵਿੱਚ ਐਡ ਕਰ ਸਕਦੇ ਹੋ। ਠੀਕ ਹੈ ਜੀ। ਸੋ ਇਹ ਚੀਜ਼ਾਂ ਦਾ ਤੁਸੀਂ ਵਿਸ਼ੇਸ਼ ਧਿਆਨ ਰੱਖਣਾ ਵਾ। ਹੁਣ ਦੇਖੋ ਜੀ ਅੱਗੇ,
ਸੋ ਬਾਕੀ ਇਹ ਤਾਂ ਮੈਂ ਤੁਹਾਡੇ ਨਾਲ PDF ਸ਼ੇਅਰ ਆਪਣੀ ਵਰਡ ਫਾਈਲ ਸ਼ੇਅਰ ਕੀਤੀ ਹੋਈ ਸੀ ਕਿ ਅਲੱਗ-ਅਲੱਗ ਵੀ ਜੇ ਤੁਸੀਂ ਪ੍ਰੈਕਟਿਸ ਕਰਨੀ ਚਾਹੋ ਤਾਂ ਇਹਦੇ ਥੱਲੇ-ਥੱਲੇ ਕਰਕੇ ਤੁਸੀਂ ਅਲੱਗ-ਅਲੱਗ ਆਪਦੀ ਸਾਰੀ ਪ੍ਰੈਕਟਿਸ ਕਰ ਸਕਦੇ ਹੋ, ਠੀਕ ਹੈ ਜੀ। ਸੋ ਬਾਕੀ GK ਦੀ ਤੁਸੀਂ ਆਪਣੇ 50 ਨੰਬਰ ਦੇ ਅਗਲੇ ਪੇਪਰਾਂ ਲਈ ਜੇਕਰ ਤਿਆਰੀ ਕਰਨਾ ਚਾਹੁੰਦੇ ਹੋ ਤਾਂ ਆਪਣਾ ਚੈਨਲ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ। ਤਾਂ ਬਾਕੀ ਹੋਰ ਕੋਈ ਵੀ ਚੀਜ਼ਾਂ ਦਾ ਇਸ ਟਾਈਮ ਦੇ ਉੱਤੇ ਧਿਆਨ ਨਹੀਂ ਦੇਣਾ ਕਿ ਔਖਾ ਆਏਗਾ ਸੌਖਾ ਆਏਗਾ, ਤੁਸੀਂ ਇਸ ਟਾਈਮ ਦੇ ਉੱਤੇ ਇਨਫ ਤਿਆਰੀ ਕਰ ਸਕਦੇ ਹੋ। ਇਸ ਟਾਈਮ ਦੇ ਉੱਤੇ ਕੋਈ ਵੀ ਆਪਦੀ ਪੋਜੀਸ਼ਨ ਚੇਂਜ ਕਰਨ ਦੀ ਜ਼ਰੂਰਤ ਨਹੀਂ, ਕੋਈ ਵੀ ਇਸ ਟਾਈਮ ਦੇ ਉੱਤੇ ਆਪਦਾ ਪ੍ਰੈਕਟਿਸ ਦਾ ਤਰੀਕਾ ਵੀ ਚੇਂਜ ਕਰਨ ਦੀ ਜ਼ਰੂਰਤ ਨਹੀਂ ਗੀ ਕਿ ਇਸ ਉਂਗਲ ਦੇ ਨਾਲ ਮੰਨ ਲਓ ਕਿ ਕਿਸੇ ਉਂਗਲ ਦੇ ਨਾਲ ਤੁਸੀਂ ਕੋਈ ਹੋਰ ਵਰਡ ਪ੍ਰੈਸ ਕਰ ਰਹੇ ਹੋ, ਮੰਨ ਲਓ ਕਿ ਤੁਸੀਂ ਚੀਚੀ ਨਾਲ ਬੈਕ ਸਪੇਸ ਨਹੀਂ ਪ੍ਰੈਸ ਕਰ ਰਹੇ, ਉਹਦੇ ਨਾਲ ਵਾਲੀ ਉਂਗਲ ਦੇ ਨਾਲ ਪ੍ਰੈਸ ਕਰ ਰਹੇ ਹੋ, ਤਾਂ ਕਿਸੇ ਨੇ ਤੁਹਾਨੂੰ ਕਹਿਤਾ ਕਿ ਸਿਰਫ ਚੀਚੀ ਨਾਲ ਹੀ ਕਰਨੀ ਆ। ਤੁਸੀਂ ਇਸ ਟਾਈਮ ਦੇ ਉੱਤੇ ਇਹੋ ਜਿਹਾ ਕੋਈ ਵੀ ਐਕਸਪੈਰੀਮੈਂਟ ਕਰਕੇ ਰਿਸਕ ਨਹੀਂ ਲੈਣਾ। ਜਿਵੇਂ ਤੁਸੀਂ ਟਾਈਪਿੰਗ ਕਰ ਰਹੇ ਹੋ ਸੇਮ ਟੂ ਸੇਮ ਉਸੇ ਤਰ੍ਹਾਂ ਲਾਸਟ 3 ਦਿਨ 4 ਦਿਨ 5 ਦਿਨ ਜਿਸ ਦਿਨ ਵੀ ਜਿਹੜੀ ਵੀ ਸ਼ਿਫਟ ਦੇ ਵਿੱਚ ਤੁਹਾਡਾ ਪੇਪਰ ਹੋਏਗਾ ਤਾਂ ਉਹਦੇ ਅਕੋਰਡਿੰਗ ਤੁਸੀਂ ਆਪਦੇ ਤਰੀਕੇ ਦੇ ਨਾਲ ਜਿਵੇਂ ਵੀ ਟਾਈਪ ਕਰ ਰਹੇ ਹੋ ਉਵੇਂ ਹੀ ਟਾਈਪ ਕਰਨੇ ਆ। ਆਪਦਾ ਟਾਈਪਿੰਗ ਦਾ ਜੋ ਪੋਜੀਸ਼ਨ ਹੈ, ਠੀਕ ਆ, ਜੋ ਆਪਦੇ ਤਰੀਕੇ ਦੇ ਨਾਲ ਟਾਈਪ ਕਰਦੇ ਹੋ ਉਵੇਂ ਹੀ ਕਰਨੀ ਆ, ਠੀਕ ਆ ਜੀ। ਬਾਰ-ਬਾਰ ਮੈਂ ਕਹਿ ਰਿਹਾ ਵਾਂ। ਸੋ ਸਿੰਬਲ ਤੇ ਗੁਰਮੁਖੀ ਨੁਮੈਰਿਕ ਇਹਨਾਂ ਦਾ ਵੈਸੇ ਤੁਹਾਡਾ ਅਭਿਆਸ ਬਹੁਤ ਵਧੀਆ ਹੋਏਗਾ। ਜਿਹੜੇ ਵੀ ਕੈਂਡੀਡੇਟ ਦੀ ਇਸ ਟਾਈਮ ਦੇ ਉੱਤੇ 30+ ਜਾਂ 30 ਵੀ ਸਪੀਡ ਆ ਰਹੀ ਆ ਤਾਂ ਉਹ ਆਪ ਦੇ ਵਿੱਚ ਪੂਰਾ ਕੌਨਫੀਡੈਂਸ ਰੱਖਣ ਕਿ ਹਾਂ ਮੈਂ ਇਹ ਵਾਲਾ ਟੈਸਟ ਕਲੀਅਰ ਕਰ ਸਕਦਾ, ਕਿਉਂਕਿ ਇੰਨੀ ਵੀ ਜ਼ਿਆਦਾ ਕੋਈ ਵੱਡੀ ਗੱਲ ਨਹੀਂ ਹੋਏਗੀ, ਠੀਕ ਹੈ ਜੀ। ਸੋ ਜੇਕਰ ਤੁਸੀਂ ਘਰੇ ਵੀ 30 ਸਪੀਡ ਲਗਭਗ ਹਰੇਕ ਪੈਰੇ ਦੀ ਤੁਸੀਂ ਕੱਢ ਰਹੇ ਹੋ ਤਾਂ ਉੱਥੇ ਵੀ ਕੋਈ ਅਲੱਗ ਤੋਂ ਪੈਰਾ ਨਹੀਂ ਹੋਏਗਾ, ਠੀਕ ਹੈ। ਸੋ ਇਸੇ ਲਈ ਮੈਂ ਆਹ ਅੱਖਰ ਐਡ ਕੀਤੇ ਨੇ ਕਿ ਜਿਹੜਾ ਵੀ ਪੈਰਾ ਆਏਗਾ, ਜਿਹੜਾ ਵੀ ਤੁਹਾਨੂੰ ਆਏਗਾ ਤਾਂ ਆਏਗਾ ਤਾਂ ਇਹਦੇ ਵਿੱਚੋਂ ਹੀ ਆਏਗਾ। ਜਿਹੜੇ ਆਹ ਅੱਖਰ ਨੇ ਕੋਈ ਅਲੱਗ ਤੋਂ ਮਤਲਬ ਕੋਈ ਉਰਦੂ ਤਾਂ ਪਾ ਨਹੀਂ ਦੇਣਗੇ ਹੋ ਕੇ ਕੋਈ ਉਰਦੂ ਦੇ ਵਿੱਚ ਜਾਂ ਕੋਈ ਹੋਰ ਲੈਂਗੁਏਜ ਦੇ ਵਿੱਚ ਤੁਹਾਨੂੰ ਟੈਸਟ ਪੰਜਾਬੀ ਦਾ ਆ ਜਾਏਗਾ। ਸੋ ਇਸ ਟਾਈਮ ਦੇ ਉੱਤੇ ਇਹ ਚੀਜ਼ਾਂ ਨੂੰ ਲੈ ਕੇ ਤੁਸੀਂ ਬਿਲਕੁਲ ਵੀ ਨਹੀਂ ਘਬਰਾਉਣਾਗਾ। ਇੱਥੇ ਤੱਕ ਤੁਸੀਂ ਚੰਗੀ ਤਰ੍ਹਾਂ ਕਰ ਲਓ, ਆ ਵੀ ਤੁਸੀਂ ਕਰ ਸਕਦੇ ਹੋ, ਕਿਉਂਕਿ ਥੋੜਾ ਬਹੁਤ ਹੋ ਸਕਦਾ ਵਾ ਕਿ ਪੇਪਰ 'ਚ ਰਿਪੀਟ ਹੋਵੇ। ਵੈਸੇ ਇੱਥੇ ਤੱਕ ਜ਼ਿਆਦਾ ਵਾ, ਰੁਪਏ ਦੇ ਸਾਈਨ ਤੱਕ, ਠੀਕ ਹੈ, ਡਾਲਰ ਦੇ ਸਾਈਨ ਤੱਕ, ਇੱਥੇ ਤੱਕ ਥੋੜਾ ਜਿਹਾ ਤੁਸੀਂ ਕਰ ਸਕਦੇ ਹੋ, ਠੀਕ ਹੈ ਜੀ। ਸੋ ਬਾਕੀ ਕੋਈ ਜ਼ਿਆਦਾ ਆਸੇ-ਪਾਸੇ ਗੱਲਾਂ ਦਾ ਧਿਆਨ ਦੇਣ ਦੀ ਤੁਹਾਨੂੰ ਜ਼ਰੂਰਤ ਨਹੀਂ। ਕੋਈ ਜ਼ਿਆਦਾ ਗਰੁੱਪਸ ਦੇ ਵਿੱਚ ਜੇਕਰ ਕੋਈ ਮੰਨ ਲਓ ਅਫਵਾਹ ਫੈਲਾ ਰਿਹਾ ਕਿ ਇਸ ਤਰ੍ਹਾਂ ਹੋਏਗਾ ਉਸ ਤਰ੍ਹਾਂ ਹੋਏਗਾ, ਜਿੰਨਾ ਟਾਈਮ ਅਫੀਸ਼ੀਅਲ ਨੋਟਿਸ ਨਹੀਂ ਆਉਂਦਾ ਕਿ ਚੰਕ ਆਏਗੀ ਜਾਂ ਪੈਰਾਗ੍ਰਾਫ ਆਏਗੀ, ਇਸ ਟਾਈਮ ਦੇ ਉੱਤੇ ਕਿਸੇ ਨੂੰ ਵੀ ਕੁਛ ਨਹੀਂ ਪਤਾ ਕਿ ਕਿੱਦਾਂ ਦੀ ਟਾਈਪਿੰਗ ਇਸ ਟਾਈਮ ਦੇ ਉੱਤੇ ਟਾਈਪਿੰਗ ਦਾ ਕੀ ਹੈਗਾ। ਬਟ 90% ਪੂਰਾ ਚਾਂਸ ਆ ਕਿ ਜਿਹੜਾ ਕਿ ਟਾਈਪਿੰਗ ਬੇਸ ਆ ਉਹ ਚੰਕ ਸਿਸਟਮ ਹੀ ਆਏਗਾ, ਕਿਉਂਕਿ 2021 ਲੀਗਲ ਕਲਰਕ 'ਚ ਵੀ ਚੰਕ ਆਇਆ ਸੀ ਤੇ ਦੂਸਰੇ ਦੇ ਵਿੱਚ ਵੀ ਚੰਕ ਹੀ ਆਇਆ ਸੀ। ਵੈਸੇ ਅਗਰ ਚੰਕ ਨਹੀਂ ਵੀ ਆਉਂਦਾ, ਜੇਕਰ ਪੈਰਾਗ੍ਰਾਫ ਵੀ ਆਏਗਾ ਤਾਂ ਉਹਦੇ ਲਈ ਵੀ ਮੈਂ ਤੁਹਾਨੂੰ ਪਹਿਲਾਂ ਕਿਹਾ ਹੋਇਆ ਕਿ ਤੁਸੀਂ ਜੇਕਰ 4 ਪੈਰੇ ਲਾ ਰਹੇ ਹੋ, 2 ਚੰਕ ਬੇਸ ਲਾਓ ਤੇ 2 ਦੂਸਰੇ ਪੈਰਾਗ੍ਰਾਫ ਬੇਸ ਵੀ ਲਾ ਸਕਦੇ ਹੋ। ਸੋ ਬਾਕੀ ਇੱਕ ਦੇ ਦਿਨ 'ਚ ਅੱਜ ਜਾਂ ਕੱਲ੍ਹ ਦੇ ਵਿੱਚ ਇਨਸਟਰਕਸ਼ਨਸ ਆ ਜਾਣਗੀਆਂ, ਉਹਦੇ ਨਾਲ ਆਪਾਂ ਨੂੰ ਪੂਰਾ ਕਲੀਅਰ ਹੋ ਜਾਏਗਾ ਕਿ ਹਾਂ ਇਸ ਤਰ੍ਹਾਂ ਆਪਾਂ ਉਹ ਕਰਨਾ, ਆਪਦੀ ਸਟ੍ਰੈਟਜੀ ਬਣਾ ਸਕਦੇ ਹਾਂ। ਸੋ ਬਾਕੀ ਠੀਕ ਹੈ ਜੀ, ਧੰਨਵਾਦ ਜੀ। ਮਿਲਦੇ ਹਾਂ ਹੁਣ ਆਪਾਂ ਆਪਣੀ ਅਗਲੀ ਅਪਡੇਟ ਜਾਂ ਅਗਲੀ ਕਲਾਸ ਦੇ ਵਿੱਚ। ਸੋ ਇਹ ਚੀਜ਼ਾਂ ਦਾ ਤੁਸੀਂ ਖਾਸ ਧਿਆਨ ਰੱਖਣਾ, ਇਹਦੀ ਪ੍ਰੈਕਟਿਸ ਜ਼ਰੂਰ ਲਾਉਣੀ ਆ, ਜ਼ਿਆਦਾ ਟਾਈਮ ਨਹੀਂ ਲਾਉਣੀ, 15-20 ਮਿੰਟ ਲਾਉਣੀ ਆ। ਬਾਕੀ ਤੁਸੀਂ ਜਿਹੜੀ ਵੀ ਆਪਦੀ ਪ੍ਰੈਕਟਿਸ ਆਨਲਾਈਨ ਕਰ ਰਹੇ ਹੋ, ਠੀਕ ਆ, ਚਾਹੇ ਆਫਲਾਈਨ ਕਰ ਰਹੇ ਹੋ ਚਾਹੇ ਆਨਲਾਈਨ ਕਰ ਰਹੇ ਹੋ, ਉਹ ਜਾਰੀ ਰੱਖੋ। ਇਹਦੇ ਨਾਲ ਇਹਦਾ ਬਸ ਮੋਟਿਵ ਇਹੀ ਆ ਕਿ ਇਹਦੇ ਨਾਲ ਤੁਹਾਡਾ ਕੌਨਫੀਡੈਂਸ ਬਿਲਡਅਪ ਇਦਾਂ ਹੋ ਜਾਏਗਾ ਕਿ ਮੰਨ ਲਓ ਕੋਈ ਇਦਾਂ ਦਾ ਤੁਹਾਡਾ ਕੋਈ ਪੈਰਾ ਆ ਗਿਆ, ਕੋਈ ਇਦਾਂ ਦਾ ਕੋਈ ਸਿੰਬਲ ਆ ਗਿਆ ਜਿਹੜਾ ਕਿ ਤੁਸੀਂ ਕਾਫੀ ਦਿਨ ਪਹਿਲਾਂ ਟਾਈਪ ਕੀਤਾ ਸੀ। ਮੰਨ ਲਓ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ, ਮੰਨ ਲਓ ਕੋਈ ਤੁਹਾਡਾ ਸਿੰਬਲ ਬਾਰ-ਬਾਰ ਯੂਜ਼ ਹੋ ਰਿਹਾ, ਮੰਨ ਲਓ ਕਿ ਡਾਲਰ ਵਾਲਾ ਸਿੰਬਲ ਬਾਰ-ਬਾਰ ਯੂਜ਼ ਹੋ ਰਿਹਾ ਤੇ ਤੁਸੀਂ ਕਾਫੀ ਟਾਈਮ ਪਹਿਲਾਂ ਇਹਨੂੰ ਕੀਤਾ ਸੀਗਾ 10-12 ਦਿਨ। ਸੋ ਉਸ ਟਾਈਮ ਦੇ ਉੱਤੇ ਤੁਸੀਂ ਕੋਡ ਭੁੱਲ ਗਏ, ਪਰ ਹੁਣ ਇਸ ਟਾਈਮ ਦੇ ਉੱਤੇ ਜੇਕਰ ਤੁਸੀਂ 3-4 ਦਿਨ ਸਾਰੇ ਕੋਡਸ ਤੇ ਸਾਰੇ ਇਹਦੀ ਪ੍ਰੈਕਟਿਸ ਅਲੱਗ ਤੋਂ ਕਰ ਲਓਗੇ ਤਾਂ ਉੱਥੇ ਜਾ ਕੇ ਤੁਹਾਨੂੰ ਬਿਲਕੁਲ ਵੀ ਪਰੇਸ਼ਾਨੀ ਨਹੀਂ ਹੋਵੇਗੀ, ਠੀਕ ਆ। ਸੋ ਇਹਦੀ ਗਰੰਟੀ ਪੂਰੀ ਆ ਕਿ ਇਸ ਟਾਈਮ ਦੇ ਉੱਤੇ ਇਹ ਚੀਜ਼ਾਂ ਦੀ ਪ੍ਰੈਕਟਿਸ ਕਰਨੀ ਬਹੁਤ ਜ਼ਰੂਰੀ ਆ। ਜੇਕਰ ਇਹ ਚੀਜ਼ਾਂ ਦੀ ਤੁਸੀਂ ਕਰ ਲਓਗੇ ਤਾਂ ਉੱਥੇ ਜਾ ਕੇ ਚਾਹੇ ਜਿਹੋ ਜਿਹਾ ਮਰਜ਼ੀ ਪੈਰਾ, ਚਾਹੇ ਉਹਦੇ ਵਿੱਚ ਸਿੰਬਲਸ ਜ਼ਿਆਦਾ ਆ ਜਾਣ, ਚਾਹੇ ਉਹਦੇ ਵਿੱਚ ਗੁਰਮੁਖੀ ਨੁਮੈਰਿਕ ਜ਼ਿਆਦਾ ਆ ਜਾਣ, ਤਾਂ ਉਹਦੇ ਵਿੱਚ ਵੀ ਤੁਹਾਨੂੰ ਕੋਈ ਵੀ ਦਿੱਕਤ ਪਰੇਸ਼ਾਨੀ ਨਹੀਂ ਹੋਏਗੀ। ਚਾਹੇ ਅੱਖਰ ਜੋੜ ਆ ਜਾਵੇ ਜਿੱਦਾਂ ਕਿ ਆਪਾਂ ਇਹ ਕਰਵਾਇਆ, ਇਦਾਂ ਦਾ ਵੀ ਕੋਈ ਇੱਕ ਆ ਜਾਏਗਾ ਤਾਂ ਵੀ ਕੋਈ ਦਿੱਕਤ ਨਹੀਂ ਹੋਏਗੀ। ਬਾਕੀ ਆਪਾਂ ਉਮੀਦ ਕਰਦੇ ਹਾਂ ਕਿ ਬਹੁਤ ਹੀ ਬੇਸਿਕ ਸਿੰਪਲ ਪੈਰਾ ਆ ਸਕਦਾ ਵਾ, ਪਰ ਜੇਕਰ ਕਿਸੇ ਸ਼ਿਫਟ ਦੇ ਵਿੱਚ ਔਖਾ ਪੈਰਾ ਪਾਇਆ ਉਹਨਾਂ ਨੇ ਤਾਂ ਇਹਦੀ ਪ੍ਰੈਕਟਿਸ ਕੀਤੀ ਹੋਏਗੀ ਤਾਂ ਤੁਹਾਨੂੰ ਕੋਈ ਵੀ ਦਿੱਕਤ ਨਹੀਂ ਹੋਏਗੀ, ਠੀਕ ਹੈ ਜੀ। ਸੋ ਬਾਕੀ ਜੀ ਆਲ ਦੀ ਬੈਸਟ ਸਾਰਿਆਂ ਨੂੰ, ਆਪਦੀ ਤਿਆਰੀ ਜਾਰੀ ਰੱਖੋ, ਮਿਹਨਤ ਜਾਰੀ ਰੱਖੋ। ਸੋ ਇਸ ਵਾਰ ਤੁਹਾਨੂੰ ਫਲ ਜ਼ਰੂਰ ਮਿਲੇਗਾ ਤੇ ਨੌਕਰੀ ਸਿਰਫ ਤੇ ਸਿਰਫ ਇੱਕ ਗੱਲ ਯਾਦ ਰੱਖਣੀ ਆ ਕਿ ਸਿਰਫ ਟਾਈਪਿੰਗ ਦੇ ਉੱਤੇ ਹੀ ਖੜੀ ਆ। 5600 ਦੇ 5600 ਕੈਂਡੀਡੇਟ ਜਿਨ੍ਹਾਂ ਨੂੰ ਵੀ ਬੁਲਾਇਆ ਗਿਆ ਵਾ, ਸਾਰਿਆਂ ਨੇ ਇਹ ਸੋਚ ਕੇ ਟਾਈਪਿੰਗ ਦੇਣ ਨਹੀਂ ਜਾਣਾ ਕਿ ਮੇਰਾ ਲਾਸਟ ਰੈਂਕ ਬਣ ਰਿਹਾ ਤੇ ਇਹਦਾ ਜਾਂ ਮੇਰਾ ਫਸਟ ਰੈਂਕ ਬਣ ਰਿਹਾ। ਤੁਸੀਂ ਇਹੀ ਚੀਜ਼ ਸੋਚਣੀ ਆ ਕਿ ਜਿਹੜੇ ਵੀ ਕੈਂਡੀਡੇਟ ਨੇ ਟਾਈਪਿੰਗ ਦੇਣ ਜਾਣਾ ਵਾ ਕਿ ਅਗਰ ਮੇਰੀ ਟਾਈਪਿੰਗ ਕਲੀਅਰ ਹੁੰਦੀ ਆ, ਇੱਕ ਪੋਜ਼ਿਟਿਵ ਅਪਰੋਚ ਦੇ ਨਾਲ ਜਾਣਾ ਕਿ ਜੇਕਰ ਮੇਰੀ ਟਾਈਪਿੰਗ ਕਲੀਅਰ ਹੁੰਦੀ ਆ ਤਾਂ ਮੇਰੀ ਜੌਬ ਪੱਕੀ ਹੈ, ਠੀਕ ਆ ਜੀ। ਸੋ ਇਹ ਚੀਜ਼ ਦਿਮਾਗ ਦੇ ਵਿੱਚ ਬਿਠਾਓਗੇ, ਇੱਕ ਕੌਨਫੀਡੈਂਸ ਲੈ ਕੇ ਤੁਸੀਂ ਜਾਓਗੇ। ਇਸ ਟਾਈਮ ਦੇ ਉੱਤੇ ਛੱਡ ਦਿਓ ਕਿ ਮੇਰਾ ਰੈਂਕ ਅੱਗੇ ਆ, ਕਿੰਨੇ ਜਾਣੇ ਕਲੀਅਰ ਕਰਨਗੇ, ਕਿੰਨੇ ਕੈਂਡੀਡੇਟ ਕਲਰਕ 'ਚ ਸੇਮ ਆ, ਕਿੰਨੇ ਕੈਂਡੀਡੇਟ ਪੁਲਿਸ 'ਚ ਜਾਣਗੇ, ਕਿੰਨੇ ਪਟਵਾਰੀ 'ਚ ਜਾਣਗੇ। ਇਹ ਚੀਜ਼ਾਂ ਦਾ ਇਸ ਟਾਈਮ ਦੇ ਉੱਤੇ ਕੋਈ ਵੀ ਤੁਹਾਨੂੰ ਫਾਇਦਾ ਨਹੀਂ ਹੋਏਗਾ। ਉਲਟਾ ਤੁਸੀਂ ਜਦੋਂ ਟਾਈਪਿੰਗ ਦੇਣ ਜਾਓਗੇ ਤਾਂ ਉਸ ਟਾਈਮ ਦੇ ਉੱਤੇ ਤੁਹਾਨੂੰ ਘਬਰਾਹਟ ਹੋਏਗੀ ਕਿ ਇੰਨੇ ਬੱਚੇ ਟਾਈਪਿੰਗ ਦੇ ਰਹੇ ਆ ਜਾਂ ਕੋਈ ਟੈਸਟ ਕਲੀਅਰ ਕਰ ਰਹੇ ਆ। ਸੋ ਇਹ ਚੀਜ਼ਾਂ 'ਤੇ ਧਿਆਨ ਨਹੀਂ ਦੇਣਾ। ਇੱਕ ਜਦੋਂ ਤੁਸੀਂ ਟਾਈਪਿੰਗ ਕਰੋਗੇ ਉਸ ਟਾਈਮ ਦੇ ਉੱਤੇ ਆਸੇ-ਪਾਸੇ ਬਿਲਕੁਲ ਵੀ ਤੁਹਾਡੀ ਨਿਗਾਹ ਨਹੀਂ ਜਾਣੀ ਚਾਹੀਦੀ ਕਿ ਤੁਹਾਡਾ ਅਗਰ ਨਾਲ ਵਾਲਾ ਕੋਈ ਸਟੂਡੈਂਟ ਬੈਠਾ ਵਾ ਉਹ ਤੇਜ਼ ਕਰ ਰਿਹਾ ਤਾਂ ਵੀ ਤੁਸੀਂ ਉਹਦੇ ਵੱਲ ਨਹੀਂ ਦੇਖਣਾ।
ਆਪਦੇ ਤਰੀਕੇ ਦੇ ਨਾਲ ਤੁਸੀਂ ਟਾਈਪਿੰਗ ਕਰਨੀ ਆ, ਆਪਦੇ ਜੋ ਵੀ ਤੁਹਾਡੀ ਸਪੀਡ ਆ, ਤੁਹਾਡਾ ਉੱਥੇ ਕੋਈ ਮੁਕਾਬਲਾ ਕੋਈ ਕੰਪੀਟੀਸ਼ਨ ਨਹੀਂ ਹੋਣਾ, ਤੁਸੀਂ ਸਿਰਫ ਆਪਦਾ ਟੈਸਟ ਟਾਈਪਿੰਗ ਟੈਸਟ ਕਲੀਅਰ ਕਰਨਾ। ਸਿੰਪਲ ਜੀ ਗੱਲ ਆ, 1500 ਕਰੈਕਟਰ ਤੁਸੀਂ ਟਾਈਪ ਕਰਨਾ ਵਾ, 92% ਤੋਂ ਵੱਧ ਐਕੂਰੇਸੀ ਰੱਖਣੀ ਆ, 300 ਵਰਡ ਤੁਸੀਂ ਟਾਈਪ ਕਰਨਾ ਬਸ। ਉੱਥੇ ਕੋਈ ਵੀ ਤੁਹਾਡਾ ਕੋਈ ਵੀ ਮੁਕਾਬਲਾ ਨਹੀਂ ਆ, ਤੁਹਾਡਾ ਮੁਕਾਬਲਾ ਉੱਥੇ ਤੁਹਾਡੇ ਖੁਦ ਨਾਲ ਹੀ ਹੋਏਗਾ ਕਿ ਜਿਹੜੀ ਸਪੀਡ ਜਾਂ ਜਿਹੜੀ ਐਕੂਰੇਸੀ ਤੁਸੀਂ ਘਰੇ ਮੇਨਟੇਨ ਕੀਤੀ ਆ ਉਸੇ ਤਰੀਕੇ ਦੇ ਨਾਲ ਤੁਸੀਂ ਆਪਦਾ ਉੱਥੇ ਟਾਈਪ ਕਰੋ ਤਾਂ ਬਹੁਤ ਵਧੀਆ ਤਰੀਕੇ ਨਾਲ ਤੁਹਾਡਾ ਟਾਈਪਿੰਗ ਕਲੀਅਰ ਹੋਏਗਾ। ਠੀਕ ਹੈ ਜੀ, ਸੋ ਆਲ ਦੀ ਬੈਸਟ ਸਾਰਿਆਂ ਨੂੰ, ਧੰਨਵਾਦ ਜੀ।